किसान ते केंद्र दी 11वें गेट दी मीटिंग भी रही बेसिट्टा। अगली मीटिंग बारे भी कोई नहीं दित्ती गई तरीक। किसान आगू ते होए हमले बारे कीती गई गलबात। खेतीबाड़ी अर्थशास्त्री सरदारा सिंह जौहल आए खेती कानूनां दे हक विच। केंद्र दे दित्ते प्रपोजल ते बोले सुनील जाखड़, कहा किसानां नूं गुमराह करन दी राजनीति। भजन सम्राट नरेंद्र चंचल दा होया देहांत, लंबे समय तो चल रहे सन बीमार। सत श्री अकाल, न्यूज़ रूम तो मैं रजिंदर कौर। किसानां ਅਤੇ ਸਰਕਾਰ ਦੇ ਵਿਚਕਾਰ 11ਵੇਂ ਗੇਟ ਦੀ ਮੀਟਿੰਗ ਵੀ ਅੱਜ ਬੇਸਿੱਟਾ ਰਹੀ। ਗੱਲਬਾਤ ਦੌਰਾਨ ਸਰਕਾਰ ਨੇ ਇੱਕ ਵਾਰ ਫਿਰ ਤੋਂ ਕਿਸਾਨਾਂ ਨੂੰ 1.5 ਸਾਲ ਦੇ ਪ੍ਰਪੋਜ਼ਲ ਦੇ ਉੱਤੇ ਵਿਚਾਰ ਕਰਨ ਦੇ ਲਈ ਕਿਹਾ, ਜਿਸ ਤੋਂ ਕਿਸਾਨਾਂ ਨੇ ਇਨਕਾਰ ਕਰ ਦਿੱਤਾ। ਕਿਸਾਨਾਂ ਨੇ ਕਿਹਾ ਕਿ ਸਾਨੂੰ ਇਹ ਕਾਨੂੰਨ ਰੱਦ ਚਾਹੀਦੇ ਨੇ, ਜਿਸ ਤੋਂ ਕੇਂਦਰ ਦੇ ਮੰਤਰੀਆਂ ਨੇ ਇਨਕਾਰ ਕਰ ਦਿੱਤਾ। ਅੱਜ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਕਾਰ 11ਵੇਂ ਗੇੜ ਦੀ ਬੈਠਕ ਹੋਈ। ਗੱਲਬਾਤ ਦੌਰਾਨ ਸਰਕਾਰ ਨੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਨੂੰ 1 ਤੋਂ 1.5 ਸਾਲ ਲਈ ਮੁਅੱਤਲ ਕਰਨ ਦੀ ਆਪਣੀ ਤਫਤੀਸ਼ ਦੇ ਮੁੜ ਗੌਰ ਕਰਨ ਲਈ ਕਿਹਾ। ਕਿਸਾਨਾਂ ਨੇ ਸਰਕਾਰ ਵੱਲੋਂ ਦਿੱਤਾ 1.5 ਸਾਲ ਦਾ ਪ੍ਰਪੋਜ਼ਲ ਠੁਕਰਾ ਦਿੱਤਾ। ਕਿਸਾਨਾਂ ਨੇ ਕਿਹਾ ਕਿ ਕਾਨੂੰਨ ਰੱਦ ਹੀ ਕੀਤੇ ਜਾਣ, ਨਹੀਂ ਤਾਂ ਉਹਨਾਂ ਵੱਲੋਂ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ। ਕਰੀਬ 50 ਮਿੰਟ ਦੀ ਦੇਰੀ ਤੋਂ ਬਾਅਦ ਸ਼ੁਰੂ ਹੋਈ ਮੀਟਿੰਗ ਸਿਰਫ ਅੱਧਾ ਘੰਟਾ ਹੀ ਚੱਲੀ। ਕਿਸਾਨਾਂ ਤੇ ਮੰਤਰੀਆਂ ਵਿਚਕਾਰ ਹੋਈ ਬਹਿਸਬਾਜ਼ੀ ਤੋਂ ਬਾਅਦ ਮੀਟਿੰਗ ਵਿੱਚ ਬ੍ਰੇਕ ਲੈ ਲਈ ਗਈ। ਅੱਜ ਫਿਰ ਕਿਸਾਨਾਂ ਲਈ ਵਿਗਿਆਨ ਭਵਨ ਲੰਗਰ ਪਹੁੰਚਿਆ, ਜਿੱਥੇ ਕਿਸਾਨਾਂ ਨੇ ਅਲੱਗ ਤੋਂ ਲੰਗਰ ਛਕਿਆ ਤਾਂ ਉੱਥੇ ਹੀ ਮੰਤਰੀਆਂ ਨੇ ਆਪਣਾ ਲੰਚ ਵੱਖਰਾ ਕੀਤਾ। ਲੰਚ ਤੋਂ ਬਾਅਦ ਮੰਤਰੀਆਂ ਤੇ ਕਿਸਾਨਾਂ ਨੇ ਆਪਸ 'ਚ ਵੱਖ-ਵੱਖ ਮੀਟਿੰਗਾਂ ਕੀਤੀਆਂ। ਕਰੀਬ 3.5 ਘੰਟੇ ਦੀ ਬ੍ਰੇਕ ਤੋਂ ਬਾਅਦ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਕਾਰ ਮੁੜ ਬੈਠਕ ਸ਼ੁਰੂ ਹੋਈ। ਮੀਟਿੰਗ 'ਚ ਮੰਤਰੀਆਂ ਨੇ ਕਿਸਾਨਾਂ ਨੂੰ ਮੁੜ 1.5 ਸਾਲ ਦੇ ਪ੍ਰਪੋਜ਼ਲ ਤੇ ਵਿਚਾਰ ਕਰਨ ਲਈ ਕਿਹਾ ਤੇ ਅੱਜ ਫਿਰ ਬੈਠਕ ਕਿਸੇ ਵੀ ਨਤੀਜੇ ਤੇ ਨਾ ਪਹੁੰਚ ਪਾਈ ਅਤੇ ਅੱਜ ਫਿਰ ਬੈਠਕ ਬੇਨਤੀਜਾ ਰਹੀ। ਦੱਸ ਦਈਏ ਕਿ ਇਸ ਬੈਠਕ ਦੇ ਅਖੀਰ ਵਿੱਚ ਅਗਲੀ ਬੈਠਕ ਲਈ ਤਾਰੀਖ ਵੀ ਨਹੀਂ ਮਿੱਥੀ ਗਈ। ਕੇਂਦਰ ਦੇ ਨਾਲ 11ਵੇਂ ਗੇਟ ਦੀ ਮੀਟਿੰਗ ਕਰਨ ਦੇ ਲਈ ਜਦੋਂ ਕਿਸਾਨ ਆਗੂ ਰਵਾਨਾ ਹੋਏ ਤਾਂ ਰਸਤੇ ਦੇ ਵਿੱਚ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੂੰ ਦਿੱਲੀ ਪੁਲਿਸ ਵੱਲੋਂ ਰੋਕਿਆ ਗਿਆ ਤੇ ਉਹਨਾਂ ਦੀ ਗੱਡੀ ਦੇ ਸ਼ੀਸ਼ੇ ਵੀ ਭੰਨੇ ਗਏ। ਸ਼ਾਂਤੀਪੂਰਨ ਚੱਲ ਰਹੇ ਇਸ ਸੰਘਰਸ਼ ਦੇ ਵਿੱਚ ਅਜਿਹਾ ਪਹਿਲੀ ਵਾਰ ਹੋਇਆ। ਇਸ ਬਾਰੇ ਮੀਟਿੰਗ ਦੇ ਵਿੱਚ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਗੱਲਬਾਤ ਵੀ ਕੀਤੀ। ਸਭ ਤੋਂ ਪਹਿਲਾਂ ਦੇਖ ਲੈਂਦੇ ਹਾਂ ਉਸ ਸਮੇਂ ਦੀਆਂ ਤਸਵੀਰਾਂ ਤੇ ਨਾਲ ਹੀ ਕਿਸਾਨ ਆਗੂ ਬੂਟਾ ਸਿੰਘ ਦਾ ਇਸ ਬਾਰੇ ਕੀ ਕਹਿਣਾ ਹੈ ਉਹ ਵੀ ਸੁਣ ਲਓ। ਅਸੀਂ ਪੁਰਤਗਾਲ ਮੇਰੇ ਨਾਲ ਨੇ ਪੁਰਤਗਾਲ ਜੀ ਰੋਜ਼ਾ ਸਿੰਘ ਹੋਰਾਂ ਦੀ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਗਿਆ ਪੁਲਿਸ ਵੱਲੋਂ। ਇਹ ਦੇਖੋ ਪੁਲਿਸ ਨੇ ਜ਼ਿਆਦਤੀ ਕੀਤੀ ਹੈ। ਪੁਲਿਸ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ। ਕੱਲ ਵੀ ਅਸੀਂ ਉਧਰ ਸਿੰਘੂ ਬਾਰਡਰ ਤੋਂ 2 ਬੰਦੇ ਫੜੇ ਆ ਜਿਹੜੇ ਪੁਲਿਸ ਦਾ ਨਾਮ ਲੈ ਰਹੇ ਆ। ਅਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਉਹਨਾਂ ਨੂੰ ਸ਼ਾਮਲ ਕੀਤਾ ਸੀਗਾ ਤੇ ਉਹਨਾਂ ਨੇ ਸ਼ਰੇਆਮ ਕਿਹਾ ਕਿ ਸਾਨੂੰ ਪੁਲਿਸ ਨੇ ਹਥਿਆਰ ਦੇ ਕੇ ਤੋਰਿਆ ਕਿ ਤੁਸੀਂ ਜਾ ਕੇ ਪੰਡਾਲ ਦੇ ਵਿੱਚ ਹਥਿਆਰ ਮੰਡੋ। ਇਹ ਦੇਖੋ ਇੱਕ ਪਾਸੇ ਸਾਡਾ ਪ੍ਰੋਗਰਾਮ ਸ਼ਾਂਤਮਈ ਚੱਲ ਰਿਹਾ, ਸਾਰਿਆਂ ਨੂੰ ਪਤਾ, ਸਾਰਿਆਂ ਦੇ ਮੀਡੀਆ ਦੇ ਸਾਹਮਣੇ ਆ ਕਿ ਇੱਕ ਫੁੱਲ ਨਹੀਂ ਤੋੜਿਆ ਮਤਲਬ ਦਿੱਲੀ ਦੇ ਬਾਰਡਰਾਂ ਤੋਂ ਕਿਸੇ ਨੇ। ਤੇ ਅਗਰ ਕਿਸਾਨ ਲੀਡਰਾਂ ਦੀਆਂ ਗੱਡੀਆਂ ਦੇ ਸ਼ੀਸ਼ੇ ਭੰਨੇ ਜਾ ਰਹੇ ਆ ਇਹ ਮਾਹੌਲ ਖਰਾਬ ਕਰ ਰਹੇ ਆ। ਇਹ ਪੁਲਿਸ ਦੀ ਜ਼ਿਆਦਤੀ ਹੈ, ਬਹੁਤ ਨਲਾਇਕੀ ਵਾਲੀ ਗੱਲ ਹੈ, ਗੈਰ ਜ਼ਿੰਮੇਵਾਰ ਨਾਲ ਕਾਰਵਾਈ। ਅੱਜ ਕੋਈ ਚਰਚਾ ਐਮਐਸਪੀ ਵਗੈਰਾ ਤੇ ਹੋਏਗੀ ਜਾਂ ਨਵਾਂ ਪ੍ਰਪੋਜ਼ਲ ਕੋਈ ਸਰਕਾਰ ਦਿੰਦੀ ਹੈ ਉਹਦੇ ਤੇ ਫਿਰ ਦੇਖੋ ਅਸੀਂ ਤਾਂ ਕਹਾਂਗੇ ਕਿ ਤਿੰਨੇ ਕਾਨੂੰਨਾਂ ਨੂੰ ਰੱਦ ਕਰੋ, ਹੋਰ ਕੋਈ ਚਾਰਾ ਨਹੀਂ ਹੈ, ਦੁਗਣਾ ਹੱਲ ਨਹੀਂ ਹੈ ਕੋਈ, ਤੇ ਐਮਐਸਪੀ ਨੂੰ ਲੀਗਲ ਕੀਤਾ ਜਾਊ। ਜੋ ਮਰਜ਼ੀ ਪ੍ਰਪੋਜ਼ਲ ਆ ਜਾਏ ਤਾਂ ਕਾਨੂੰਨ ਰੱਦ ਕਰਾਉਣ ਦਾ ਤੁਹਾਡੀ ਮੰਗ ਹੈ? ਬਿਲਕੁਲ ਸਾਨੂੰ ਇਹ ਮਨਜ਼ੂਰ ਨਹੀਂ ਹੈ ਪ੍ਰਪੋਜ਼ਲ। ਇਹ ਜੇ ਪਹਿਲੇ ਕੰਡੇ ਹੋ ਜਾ ਕਿੰਨਾ ਹੋਰ ਹੈ। ਪਹਿਲਾਂ ਜਿਵੇਂ ਕਮੇਟੀ ਬਣਾਉਣ ਦੀ ਗੱਲ ਆਈ ਸੀ, ਇਹ ਵੀ ਉਹੀ ਹੈ। ਸਾਨੂੰ ਉਲਝਾਉਣਾ ਚਾਹੁੰਦੇ ਆ, ਅਸੀਂ ਬਿਲਕੁਲ ਉਲਝਣਾ ਨਹੀਂ ਚਾਹੁੰਦੇ। ਬਿਲਕੁਲ ਅਸੀਂ ਬੂਟਾ ਸਿੰਘ ਬੁਰਜਗਲ ਦੇ ਨਾਲ ਕਹਿਣਾ ਕਿ ਸਾਡੀ ਮੁੱਖ ਮੰਗ ਉਹੀ ਰਹੇਗੀ ਜੋ ਮਰਜ਼ੀ ਪ੍ਰਪੋਜ਼ਲ ਸਰਕਾਰ ਦੇ ਦੇਵੇ। ਜਿੱਥੇ ਪੂਰੇ ਦੇਸ਼ ਵੱਲੋਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਖੇਤੀਬਾੜੀ ਦੇ ਅਰਧ ਸ਼ਾਸਤਰੀ ਸਰਦਾਰਾ ਸਿੰਘ ਜੌਹਲ ਇਸ ਦੀ ਹਮਾਇਤ ਦੇ ਵਿੱਚ ਆ ਗਏ ਨੇ। ਸਰਦਾਰਾ ਸਿੰਘ ਦਾ ਕਹਿਣਾ ਹੈ ਕਿ ਇਹ ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਨੇ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਖੇਤੀ ਸੰਕਟ ਨੂੰ ਘੱਟ ਕਰਨ ਦੇ ਲਈ ਪੰਜਾਬ ਸਰਕਾਰ ਨੂੰ 2 ਰਿਪੋਰਟਾਂ ਸੌਂਪੀਆਂ ਸਨ, ਜਿਨ੍ਹਾਂ ਦਾ ਜਵਾਬ ਹਾਲੇ ਤੱਕ ਉਹਨਾਂ ਨੂੰ ਨਹੀਂ ਮਿਲਿਆ ਹੈ। ਜਿੱਥੇ ਇੱਕ ਪਾਸੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਬਾਰਡਰਾਂ ਤੇ ਡਟੇ ਹੋਏ ਨੇ, ਉੱਥੇ ਹੀ ਦੂਜੇ ਪਾਸੇ ਦੇਸ਼ ਦੇ ਪ੍ਰਸਿੱਧ ਖੇਤੀਬਾੜੀ ਅਰਥ ਸ਼ਾਸਤਰੀਆਂ 'ਚੋਂ ਇੱਕ ਸਰਦਾਰਾ ਸਿੰਘ ਜੌਹਲ ਮੁਤਾਬਕ ਨਵੇਂ ਖੇਤੀ ਕਾਨੂੰਨ ਕਿਸਾਨਾਂ ਲਈ ਲਾਹੇਵੰਦ ਨੇ। ਉਹਨਾਂ ਕੰਟਰੈਕਟ ਖੇਤੀ ਬਾਰੇ ਬੋਲਦਿਆਂ ਕਿਹਾ ਕਿ ਠੇਕੇ ਦੀ ਖੇਤੀ ਪੰਜਾਬ ਵਿੱਚ 2002 ਵਿੱਚ ਸ਼ੁਰੂ ਹੋਈ ਸੀ, ਪਰ ਇਹ ਅਸਫਲ ਰਹੀ ਕਿਉਂਕਿ ਖੇਤੀਬਾੜੀ ਦੌਰਾਨ ਹੋਏ ਨੁਕਸਾਨ ਦੇ ਬਾਵਜੂਦ ਕਿਸਾਨ ਦਾ ਬੀਮਾ ਨਹੀਂ ਹੋਇਆ ਸੀ। ਇਸ ਦੇ ਨਾਲ ਹੀ ਉਹਨਾਂ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਨਵੇਂ ਖੇਤੀ ਕਾਨੂੰਨਾਂ ਨੂੰ ਪੰਜਾਬ ਸਰਕਾਰ ਦੇ 2013 ਦੇ ਐਕਟ ਵਰਗਾ ਦੱਸਿਆ ਹੈ। ਇਸ ਤੋਂ ਇਲਾਵਾ ਜੌਹਲ ਨੇ ਖੇਤੀ ਕਾਨੂੰਨਾਂ 'ਚ ਸ਼ਾਨਦਾਰ ਪ੍ਰਬੰਧ ਤੇ ਮਸ਼ੀਨਰੀ ਠੇਕੇਦਾਰ ਦੁਆਰਾ ਮੁਹੱਈਆ ਕਰਵਾਉਣ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਦਾ ਕਹਿਣਾ ਹੈ ਕਿ ਇਸ ਕਾਨੂੰਨ 'ਚ ਕਿਸਾਨ ਤੇ ਖੇਤ ਸੁਰੱਖਿਅਤ ਨੇ। ਜੌਹਲ ਮੁਤਾਬਕ ਪੰਜਾਬ ਐਕਟ ਅਸਫਲ ਰਿਹਾ ਕਿਉਂਕਿ ਕਿਸੇ ਨੇ ਵੀ ਇਸ ਤੇ ਅਮਲ ਨਹੀਂ ਕੀਤਾ। ਜੌਹਲ ਨੇ ਦੱਸਿਆ ਕਿ ਪੰਜਾਬ ਵਿੱਚ ਖੇਤੀ ਸੰਕਟ ਦੇ ਹੱਲ ਲਈ ਮੈਂ ਪੰਜਾਬ ਸਰਕਾਰ ਨੂੰ 2 ਰਿਪੋਰਟਾਂ ਭੇਜੀਆਂ ਨੇ, ਪਰ ਕਿਸੇ ਨੇ ਵੀ ਇਸ ਦਾ ਜਵਾਬ ਨਹੀਂ ਦਿੱਤਾ।
ਇਸ ਦੇ ਨਾਲ ਹੀ ਉਹ ਕਈ ਵਾਰ ਮੰਤਰੀ ਮੰਡਲ ਦੇ ਸਾਹਮਣੇ ਖੇਤੀ ਸੰਕਟ ਦੇ ਹਾਲ ਨੂੰ ਲੈ ਕੇ ਪ੍ਰਸ਼ਨਾਂ ਦੇ ਜਵਾਬ ਦੇਣ ਲਈ ਵੀ ਤਿਆਰ ਨੇ, ਪਰ ਉਹਨਾਂ ਨੂੰ ਕਦੇ ਵੀ ਇਸ ਦੀ ਆਗਿਆ ਨਹੀਂ ਮਿਲੀ। ਕਿਸਾਨਾਂ ਤੇ ਕੇਂਦਰ ਸਰਕਾਰ ਵਿਚਕਾਰ ਹੋਈ ਅੱਜ ਦੀ ਮੀਟਿੰਗ ਵੀ ਬੇਸਿੱਟਾ ਰਹੀ, ਜਿਸ ਤੋਂ ਪਹਿਲਾਂ ਪੰਜਾਬ ਦੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਦਿੱਤੇ ਗਏ ਸਰਕਾਰ ਵੱਲੋਂ 1.5 ਸਾਲ ਦਾ ਪ੍ਰਪੋਜ਼ਲ ਇੱਕ ਤਰ੍ਹਾਂ ਦਾ ਗੁੰਮਰਾਹ ਕਰਨ ਵਾਲਾ ਪ੍ਰਪੋਜ਼ਲ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਤਾਰੀਖ ਤੇ ਤਾਰੀਖ ਦੇਣਾ ਸਰਕਾਰ ਵੱਲੋਂ ਉਹਨਾਂ ਨੂੰ ਗੁੰਮਰਾਹ ਕਰਨ ਦੀ ਕੋਝੀ ਚਾਲ ਹੈ। ਸਰਕਾਰ ਨੇ ਗਲਤ ਥਾਂ ਪੰਗਾ ਲੈ ਲਿਆ, ਕਿਸਾਨਾਂ ਨਾਲ ਪੰਗਾ ਲੈ ਲਿਆ। ਹੁਣ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਕਿਸ ਤਰ੍ਹਾਂ ਆਪਣੀ ਇਸ ਤੋਂ ਜਾਨ ਬਚਾਉਣ। ਝੂਠੀ ਸ਼ਾਨ ਹੈ ਬਸ, ਹੋਰ ਕੁਝ ਨਹੀਂ, ਅਹੰਕਾਰ ਹੈ। ਅਹੰਕਾਰ ਦੇ ਘੋੜੇ ਤੋਂ ਉਤਰ ਜੇ। ਕਿਸਾਨ ਤਾਂ ਤਿਆਰ ਬੈਠਾ, ਕਿਸਾਨ ਤਾਂ ਆਪਣੀ ਜਾ ਕੇ ਫਸਲ ਸਾਹਮਣੇ, ਖੇਤ ਸਾਹਮਣੇ ਆਹ ਜਿਹੜੀ ਤਲਵਾਰ ਲਟਕਾਈ ਹੈ ਇਹਨਾਂ ਨੇ ਸਾਹੂਕਾਰਾਂ ਵਾਲੀ, ਵੀ ਸਾਹੂਕਾਰ ਹੀ ਕਰਨਗੇ ਤੇ ਕਿਸਾਨ ਨੂੰ ਮਜ਼ਦੂਰ ਬਣਾਉਣ ਵਾਲੇ ਕਾਲੇ ਕਾਨੂੰਨ ਨੂੰ ਵਾਪਸ ਲੈ ਲੈਣ, ਸਵੇਲੇ ਨਿਬੜ ਜੂਗਾ। ਨਹੀਂ ਤਾਂ ਕੋਝਾ ਮਜ਼ਾਕ ਕਰੀ ਜਾਂਦੀ ਹੈ ਸਰਕਾਰ, ਕੋਈ ਨਾ ਕੋਈ ਅਜੀ ਕਿਹੜੀ ਨਵੀਂ ਆਫਰ ਤਾਂ ਕੋਈ ਹੈ ਹੀ ਨਹੀਂ। ਆਫਰ ਤਾਂ ਪੁਰਾਣੀ ਹੈ। ਅੱਜ ਸੁਪਰੀਮ ਕੋਰਟ ਨੇ ਕਿਹਾ ਸੀਗਾ ਵੀ ਅਸੀਂ ਰੋਕ ਦਿੰਦੇ ਹਾਂ ਇਹਨਾਂ ਕਾਨੂੰਨਾਂ ਨੂੰ। ਸਰਕਾਰ ਨੂੰ ਪੁੱਛਿਆ ਸੀ ਵੀ ਤੁਸੀਂ ਰੋਕ ਸਕਦੇ ਹੋ, ਉਦੋਂ ਸਰਕਾਰ ਨੇ ਕਿਹਾ ਨਹੀਂ ਰੋਕ ਸਕਦੇ। ਅੱਜ ਸਰਕਾਰ ਕਹਿੰਦੀ ਅਸੀਂ 1.5 ਸਾਲ ਵਾਸਤੇ ਰੋਕ ਦਿੰਦੇ ਹਾਂ। ਕਿਹੜੀ ਸਰਕਾਰ ਨੂੰ ਮੰਨੀਏ? ਅੱਜ ਤੋਂ 15 ਦਿਨ ਪਹਿਲਾਂ ਵਾਲੀ ਸਰਕਾਰ ਨੂੰ ਮੰਨੀਏ ਜਾਂ ਅੱਜ ਵਾਲੀ ਸਰਕਾਰ ਨੂੰ ਮੰਨੀਏ? ਨਿਰਾ ਝੂਠ ਤੇ ਝੂਠ, ਝੂਠ ਤੇ ਝੂਠ, ਤਾਰੀਖ ਤੇ ਤਾਰੀਖ, ਤਾਰੀਖ ਤੇ ਤਾਰੀਖ ਲਈ ਜਾਂਦੀ ਹੈ ਸਰਕਾਰ। ਕਿਸਾਨ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੇਰਾ ਸਿੱਧਾ ਸਵਾਲ ਮੋਦੀ ਸਾਹਿਬ ਦੀ ਸਰਕਾਰ ਨੂੰ ਹੈ ਵੀ ਆਹ 1.5 ਸਾਲ ਵਾਲਾ ਜਿਹੜੀ ਲਿਮਿਟ ਰੱਖੀ ਹੈ, ਕਿਹੜੇ ਫਾਰਮੂਲੇ ਨਾਲ ਕਿਵੇਂ ਕੱਢੀ ਹੈ? ਕਿਉਂ ਨਹੀਂ 3 ਮਹੀਨੇ? ਕਿਉਂ ਨਹੀਂ 2 ਹਫ਼ਤੇ? ਕਿਉਂ ਨਹੀਂ 3 ਸਾਲ? ਕਿਉਂ ਕੱਢੀ ਹੈ 1.5 ਸਾਲ ਦੀ? ਕਿਉਂ? ਮੇਰੀ ਜਿੱਥੇ ਤੱਕ ਸਮਝ ਹੈ, ਅਗਲੇ ਸਾਲ ਜਨਵਰੀ 2022 'ਚ ਇਲੈਕਸ਼ਨ ਹੋਣੇ ਪੰਜਾਬ ਦੀ ਅਸੈਂਬਲੀ ਦੇ। ਉਹਦੇ ਵਿੱਚ ਜਿਹੜੇ ਪੰਜਾਬ ਬੀਜੇਪੀ ਦੇ ਲੀਡਰ ਹੈ, ਵਰਕਰ ਹੈ, ਉਹਨਾਂ ਨੂੰ ਲੋਕ ਪਿੰਡਾਂ 'ਚ ਵੜ ਲੈਣ ਦੇਣ, ਸ਼ਹਿਰਾਂ 'ਚ ਵੜ ਲੈਣ ਦੇਣ। ਇਸ ਵਾਸਤੇ ਰਾਹ ਪੱਧਰਾ ਕਰਨ ਵਾਸਤੇ, ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਆਹ ਕੀਤਾ ਗਿਆ। ਮਸ਼ਹੂਰ ਭਜਨ ਸਮਰਾਟ ਨਰਿੰਦਰ ਚੰਚਲ ਦਾ ਅੱਜ ਦੇਹਾਂਤ ਹੋ ਗਿਆ। ਤੁਹਾਨੂੰ ਦੱਸ ਦਈਏ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਲਾਜ ਦੇ ਲਈ ਦਿੱਲੀ ਦੇ ਅਪੋਲੋ ਹਸਪਤਾਲ ਦੇ ਵਿੱਚ ਭਰਤੀ ਸਨ, ਜਿੱਥੇ ਅੱਜ ਉਹਨਾਂ ਦਾ ਜੇਰੇ ਇਲਾਜ ਹੀ ਦੇਹਾਂਤ ਹੋ ਗਿਆ। ਮਸ਼ਹੂਰ ਭਜਨ ਸਮਰਾਟ ਨਰਿੰਦਰ ਚੰਚਲ ਦਾ ਦੇਹਾਂਤ ਇਸ ਸਦੀ ਦਾ ਸਭ ਤੋਂ ਵੱਡਾ ਘਾਟਾ। ਲੰਬੇ ਸਮੇਂ ਤੋਂ ਚੱਲ ਰਹੇ ਸਨ ਬਿਮਾਰ। ਨਰਿੰਦਰ ਚੰਚਲ ਨੂੰ ਲੋਕ ਮੰਨਦੇ ਸਨ ਆਪਣਾ ਆਈਡਲ। ਮਸ਼ਹੂਰ ਭਜਨ ਸਮਰਾਟ ਨਰਿੰਦਰ ਚੰਚਲ ਦਾ 80 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨਰਿੰਦਰ ਚੰਚਲ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ, ਜਿਸ ਦੇ ਬਾਅਦ ਉਹਨਾਂ ਨੂੰ ਦਿੱਲੀ ਦੇ ਅਪੋਲੋ ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾਇਆ ਗਿਆ। ਪਰ ਅੱਜ ਇਹ ਦੁਖਦਾਇਕ ਖਬਰ ਸਾਹਮਣੇ ਆਈ ਕਿ ਮਾਤਾ ਰਾਣੀ ਦੀ ਭੇਟਾ ਗਾਉਣ ਵਾਲੇ ਭਜਨ ਸਮਰਾਟ ਨਰਿੰਦਰ ਚੰਚਲ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤੀ ਹੈ। ਉਹਨਾਂ ਦੇ ਨਿਧਨ ਨਾਲ ਸਾਰਿਆਂ ਨੂੰ ਇਸ ਸਦੀ ਦਾ ਵੱਡਾ ਘਾਟਾ ਹੋਇਆ ਹੈ। ਦੱਸ ਦਈਏ ਕਿ ਲੋਕ ਉਹਨਾਂ ਨੂੰ ਆਪਣੇ ਆਈਡਲ ਮੰਨਦੇ ਸਨ। ਨਰਿੰਦਰ ਚੰਚਲ ਦਾ ਜਨਮ 16 ਅਕਤੂਬਰ 1940 ਨੂੰ ਅੰਮ੍ਰਿਤਸਰ 'ਚ ਇੱਕ ਧਾਰਮਿਕ ਪੰਜਾਬੀ ਪਰਿਵਾਰ ਦੇ ਵਿੱਚ ਹੋਇਆ। ਉਹ ਇੱਕ ਧਾਰਮਿਕ ਮਾਹੌਲ ਦੇ ਵਿੱਚ ਵੱਡੇ ਹੋਏ, ਜਿਸ ਨੇ ਉਹਨਾਂ ਨੂੰ ਭਜਨ ਅਤੇ ਆਰਤੀ ਗਾਉਣ ਦੀ ਪ੍ਰੇਰਣਾ ਦਿੱਤੀ। ਕਈ ਸਾਲਾਂ ਦੀ ਜੱਦੋ-ਜਹਿਦ ਤੋਂ ਬਾਅਦ ਚੰਚਲ ਨੇ 1973 ਵਿੱਚ ਬੌਬੀ ਲਈ ਇੱਕ ਬਾਲੀਵੁੱਡ ਦਾ ਗੀਤ ਬੇਸ਼ੱਕ ਗਾਇਆ ਸੀ ਅਤੇ ਫਿਲਮਫੇਅਰ ਦਾ ਸਰਵਸ਼੍ਰੇਸ਼ਟ ਪੁਰਸ਼ ਪਲੇਬੈਕ ਅਵਾਰਡ ਵੀ ਜਿੱਤਿਆ। ਉਸਨੇ ਅਮਰੀਕਾ ਦੇ ਜਾਰਜੀਆ ਰਾਜ ਦੀ ਆਨਰੇਰੀ ਨਾਗਰਿਕਤਾ ਵੀ ਹਾਸਲ ਕੀਤੀ। ਚੰਚਲ ਨੇ ਮਿਡਨਾਈਟ ਸਿੰਗਰ ਨਾਮ ਦੀ ਇੱਕ ਸਵੈ ਜੀਵਨੀ ਜਾਰੀ ਕੀਤੀ ਹੈ, ਜੋ ਉਸ ਦੀ ਜ਼ਿੰਦਗੀ, ਸੰਘਰਸ਼ਾਂ, ਮੁਸ਼ਕਿਲਾਂ ਅਤੇ ਪ੍ਰਾਪਤੀਆਂ ਬਾਰੇ ਦੱਸਦੀ ਹੈ। ਉਹ ਹਰ ਸਾਲ 29 ਦਸੰਬਰ ਨੂੰ ਕਟਰਾ ਵੈਸ਼ਨੋ ਦੇਵੀ ਦਾ ਦੌਰਾ ਕਰਦੇ ਸਨ। ਦੈਨਿਕ ਸਵੇਰਾ ਭਜਨ ਸਮਰਾਟ ਨਰਿੰਦਰ ਚੰਚਲ ਦੇ ਦੇਹਾਂਤ ਤੇ ਦੁੱਖ ਪ੍ਰਗਟ ਕਰਦਾ ਹੈ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ। ਇਹ ਸਨ ਹੁਣ ਤੱਕ ਦੀਆਂ ਖਾਸ ਖਬਰਾਂ। ਵਧੇਰੇ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼।